Good morning students. Today's topic is online transactions. Now ਜਿਹੜੀਆਂ transactions ਆਪਾਂ online ਕਰ ਸਕਦੇ ਹਾਂ ਉਹਨਾਂ ਨੂੰ ਆਪਾਂ online transactions ਬੋਲਦੇ ਹਾਂ। ਕਿਹੜੀ stages involved ਹੁੰਦੀਆਂ online transaction ਦੇ ਵਿੱਚ। The first is the pre-purchase. Pre-purchase ਦਾ ਮਤਲਬ ਇਹ ਕਿ purchase ਕਰਨ ਤੋਂ ਪਹਿਲਾਂ ਤੁਸੀਂ ਜਿਹੜੀ ਵੀ information ਕਿਸੇ product ਬਾਰੇ ਇਕੱਠੀ ਕਰਦੇ ਹੋ, ਗੈਦਰ ਕਰਦੇ ਹੋ, ਕਲੈਕਟ ਕਰਦੇ ਹੋ, ਉਹ ਪ੍ਰੀ ਪਰਚੇਜ਼ ਹੁੰਦਾ ਆ। ਕਈ ਵਾਰੀ ਹੁੰਦਾ ਨਾ ਆਪਾਂ ਪ੍ਰੋਡਕਟ ਪਰਚੇਜ਼ ਕਰਨ ਤੋਂ ਪਹਿਲਾਂ ਸੋਚਦੇ ਹਾਂ ਇਸ ਪ੍ਰੋਡਕਟ ਨੂੰ ਪਰਚੇਜ਼ ਕਰੀਏ ਕਿ ਨਾ ਕਰੀਏ, ਕਾਫੀ ਸਾਰੀ ਵੈਰਾਈਟੀ ਸਰਚ ਕਰਦੇ ਹਾਂ। ਸੋ ਦੈਟ ਇਜ਼ ਅ ਪ੍ਰੀ ਪਰਚੇਜ਼। ਨੈਕਸਟ ਇਜ਼ ਦੀ ਪਰਚੇਜ਼। ਜਦੋਂ ਤੁਸੀਂ ਸਾਰੀਆਂ ਵੈਰਾਈਟੀਜ਼ ਦੇਖ ਲਈਆਂ ਦੈਨ ਤੁਸੀਂ ਵੇਰੀਅਸ ਆਲਟਰਨੇਟਿਵ ਵਿੱਚੋਂ ਕੀ ਕਰਦੇ ਹੋ, ਇੱਕ ਆਲਟਰਨੇਟਿਵ ਚੂਜ਼ ਕਰ ਲੈਂਦੇ ਹੋ। ਦੈਟ ਇਜ਼ ਦ ਫਾਈਨਲ ਸਿਲੈਕਸ਼ਨ ਆਫ ਦੀ ਪ੍ਰੋਡਕਟ। ਦੈਨ ਤੁਸੀਂ ਉਸ ਕੀ ਕਰਦੇ ਹੋ, ਡੀਲ ਕਰਦੇ ਹੋ ਵਿਦ ਦਾ ਸੈਲਰ, ਉਸ ਪ੍ਰੋਡਕਟ ਨੂੰ ਪਰਚੇਜ਼ ਕਰਦੇ ਹੋ। ਪਰਚੇਜ਼ਿੰਗ ਕਰਦੇ ਵੇਲੇ ਕੀ ਕਰਦੇ ਹੋ, ਪ੍ਰਾਈਸ ਨੈਗੋਸੀਏਸ਼ਨ। ਪ੍ਰਾਈਸ ਨੈਗੋਸੀਏਸ਼ਨ ਦਾ ਕੀ ਮਤਲਬ ਆ ਕਿ ਜਿੱਦਾਂ ਕਿਸੇ ਪ੍ਰੋਡਕਟ ਦਾ ਪ੍ਰਾਈਸ ਬਾਰਗੇਨ ਕਰਨਾ, ਉਹਨੂੰ ਘੱਟ ਵੱਧ ਕਰਵਾਉਣਾ ਕਿ ਹਾਂਜੀ ਇਹਦਾ ਰੇਟ ਤੁਸੀਂ ਜ਼ਿਆਦਾ ਲਗਾ ਰਹੇ ਹੋ, ਘੱਟ ਕਰ ਦਿਓ। ਸੋ ਦੈਟ ਇਜ਼ ਅ ਨੈਗੋਸੀਏਸ਼ਨ। ਆਫਟਰ ਨੈਗੋਸੀਏਸ਼ਨ ਡੀਲ ਕੀ ਹੁੰਦੀ ਹੈ, ਫਾਈਨਲ। ਐਂਡ ਫਾਈਨਲ ਹੋਣ ਤੋਂ ਬਾਅਦ ਤੁਸੀਂ ਕੀ ਕਰਦੇ ਹੋ, ਉਸ ਪ੍ਰੋਡਕਟ ਦੀ ਪੇਮੈਂਟ। ਨੈਕਸਟ ਇਜ਼ ਦੀ ਡਿਲੀਵਰੀ ਸਟੇਜ। ਉਸ ਤੋਂ ਬਾਅਦ ਕੀ ਆ, ਜਦੋਂ ਤੁਸੀਂ ਡੀਲ ਕਰਤੀ, ਗੁੱਡ ਪਰਚੇਜ਼ ਕਰ ਲਿਆ, ਸੈਲਰ ਕੀ ਕਰਦਾ ਤੁਹਾਡੇ ਐਡਰੈਸ 'ਤੇ ਕੀ ਕਰਦਾ, ਪ੍ਰੋਡਕਟ ਨੂੰ ਡਿਲੀਵਰ ਕਰ ਦਿੰਦਾ ਆ। ਨਾ ਪ੍ਰੋਸੀਜਰ ਕੀ ਆ ਔਨਲਾਈਨ ਟ੍ਰਾਂਜੈਕਸ਼ਨ ਦਾ। ਫਸਟ ਇਜ਼ ਦੀ ਰਜਿਸਟ੍ਰੇਸ਼ਨ। ਜਦੋਂ ਵੀ ਤੁਸੀਂ ਕੋਈ ਔਨਲਾਈਨ ਟ੍ਰਾਂਜੈਕਸ਼ਨ ਕਰ ਰਹੇ ਹੋ ਤਾਂ ਉਹ ਟ੍ਰਾਂਜੈਕਸ਼ਨ ਕਰਨ ਤੋਂ ਪਹਿਲਾਂ ਤੁਹਾਨੂੰ ਰਜਿਸਟ੍ਰੇਸ਼ਨ ਕਰਨਾ ਪਏਗਾ ਉਹਨਾਂ ਦੀ ਵੈਬਸਾਈਟ 'ਤੇ। ਇਟ ਮੀਨਸ ਕਿ ਆਪਣੀ ਆਈ ਡੀ ਬਣਾਉਣੀ ਪੈਂਦੀ ਹੈ। ਜਿੱਦਾਂ ਕਿ ਤੁਸੀਂ ਇੰਸਟਾਗ੍ਰਾਮ 'ਤੇ, ਫੇਸਬੁੱਕ 'ਤੇ ਆਪਣੀ ਆਈ ਡੀ ਬਣਾਉਂਦੇ ਹੋ, ਸਿਮਿਲਰਲੀ ਉਹਨਾਂ ਦੀ ਵੈਬਸਾਈਟ 'ਤੇ ਵੀ ਇੱਦਾਂ ਦੀ ਹੀ ਆਈ ਡੀ ਬਣਦੀ ਹੈ, ਤਾਂ ਉਹਨੂੰ ਆਪਾਂ ਬੋਲਦੇ ਹਾਂ ਰਜਿਸਟ੍ਰੇਸ਼ਨ। ਨੈਕਸਟ ਇਜ਼ ਦੀ ਪਲੇਸਿੰਗ ਐਨ ਆਰਡਰ। ਨਾਓ ਆਰਡਰ ਪਲੇਸ ਕਰ ਸਕਦੇ ਹਾਂ, ਜਿੱਦਾਂ ਕਿ ਤੁਸੀਂ ਹੁਣ ਫਲਿੱਪਕਾਰਟ ਆ, ਐਮਾਜ਼ੋਨ ਆ, ਕਈ ਸਾਰੀ ਸਾਈਟਸ ਨੇ, ਸਨੈਪਡੀਲ ਆ, ਤੁਸੀਂ ਸਰਚ ਕੀਤਾ ਹੋਣਾ ਆ, ਅਤੇ ਉਹਦੇ ਵਿੱਚ ਜਿਹੜਾ ਵੀ ਪ੍ਰੋਡਕਟ ਤੁਹਾਨੂੰ ਚਾਹੀਦਾ ਆ ਤੁਸੀਂ ਉਹਨੂੰ ਸਰਚ ਕਰਦੇ ਹੋ। ਐਂਡ ਜਿਹੜੇ ਪ੍ਰੋਡਕਟ ਤੁਹਾਨੂੰ ਪਸੰਦ ਆਉਂਦੇ ਜਾਂਦੇ ਆ ਉਹਨੂੰ ਆਪਾਂ ਕੀ ਕਰਦੇ ਹਾਂ, ਸ਼ੋਪਿੰਗ ਕਾਰਟ ਦੇ ਵਿੱਚ ਐਡ ਕਰਦੇ ਜਾਂਦੇ ਹਾਂ। ਉਹ ਕਿਉਂ, ਤਾਂ ਕਿ ਬਾਅਦ ਦੇ ਵਿੱਚ ਜਦੋਂ ਤੁਹਾਡੀ ਸਾਰੀ ਸਿਲੈਕਸ਼ਨ ਖਤਮ ਹੋ ਜਾਏ, ਉਸ ਤੋਂ ਬਾਅਦ ਸ਼ੋਪਿੰਗ ਕਾਰਟ ਦੇ ਵਿੱਚ ਜਿੰਨੇ ਵੀ ਤੁਸੀਂ ਡਿਫਰੈਂਟ ਆਈਟਮਸ ਕਲੈਕਟ ਕੀਤੇ ਆ ਉਹਨਾਂ ਵਿੱਚੋਂ ਤੁਸੀਂ ਕੋਈ ਨਾ ਕੋਈ ਜਿਹੜਾ ਤੁਹਾਨੂੰ ਵਧੀਆ ਲੱਗਦਾ, ਬੈਸਟ ਲੱਗਦਾ ਆ, ਦੈਨ ਤੁਸੀਂ ਉਹਨੂੰ ਆਰਡਰ ਪਲੇਸ ਕਰ ਦਿੰਦੇ ਹੋ। ਸੋ ਬਰਾਊਜ਼ਿੰਗ ਕਰਦੇ ਵੇਲੇ ਜਿੰਨੇ ਵੀ ਆਈਟਮਸ ਤੁਹਾਨੂੰ ਪਸੰਦ ਆਉਣਗੇ ਉਹ ਤੁਸੀਂ ਕੀ ਕਰੋਗੇ, ਸ਼ੋਪਿੰਗ ਕਾਰਟ ਦੇ ਵਿੱਚ ਐਡ ਕਰ ਲਓਗੇ। ਨੈਕਸਟ ਇਜ਼ ਦੀ ਪੇਮੈਂਟ ਮੈਕੈਨਿਜ਼ਮ। ਨਾ ਹੁਣ ਪੇਮੈਂਟ ਕਰਨ ਦੇ ਕਿਹੜੇ ਤਰੀਕੇ ਆ ਔਨਲਾਈਨ ਟ੍ਰਾਂਜੈਕਸ਼ਨ ਦੇ ਵਿੱਚ। ਪੇਮੈਂਟ ਕਰਨ ਦੇ ਕਿਹੜੇ ਤਰੀਕੇ ਹੁੰਦੇ ਆ, ਤੁਸੀਂ ਹੁਣ ਜਦੋਂ ਆਰਡਰ ਪਲੇਸ ਕਰਦੇ ਹੋਵੋਗੇ ਅਤੇ ਉਹਦੇ ਵਿੱਚ ਕਈ ਡਿਫਰੈਂਟ ਮੈਥਡ ਦੇਖੇ ਹੋਣੇ ਆ, ਜਿੱਦਾਂ ਕਿ COD ਦਾ ਮਤਲਬ ਕੈਸ਼ ਔਨ ਡਿਲੀਵਰੀ, ਕਿ ਜਦੋਂ ਪ੍ਰੋਡਕਟ ਤੁਹਾਡੇ ਐਡਰੈਸ 'ਤੇ ਡਿਲੀਵਰ ਹੋ ਜਾਏਗਾ ਉਦੋਂ ਹੀ ਤੁਸੀਂ ਉਸ ਪ੍ਰੋਡਕਟ ਦੀ ਪੇਮੈਂਟ ਕਰੋਗੇ। ਔਰ ਬਾਈ ਚੈੱਕ ਹੋ ਸਕਦੀ ਆ, ਈਦਰ ਬਾਏ ਨੈੱਟ ਬੈਂਕਿੰਗ ਯੂਜ਼ ਕਰ ਸਕਦੇ ਹੋ, ਕ੍ਰੈਡਿਟ ਡੈਬਿਟ ਕਾਰਡ ਯੂਜ਼ ਕਰ ਸਕਦੇ ਹੋ, ਡਿਜੀਟਲ ਕੈਸ਼ ਯੂਜ਼ ਕਰ ਸਕਦੇ ਹੋ, ਜਿੱਦਾਂ ਕਿ ਅੱਜ ਕੱਲ੍ਹ ਪੇਮੈਂਟ ਪੇਟੀਐਮ ਚੱਲ ਰਿਹਾ ਆ, ਈ-ਵਾਲਟ ਚੱਲ ਰਿਹਾ, ਜੀਓ ਮਨੀ ਚੱਲ ਰਿਹਾ ਆ, ਗੂਗਲ ਪੇ ਚੱਲ ਰਿਹਾ ਆ, ਭੀਮ ਐਪ ਚੱਲ ਰਿਹਾ। ਇਹ ਸਾਰੇ ਤੁਹਾਡੇ ਡਿਜੀਟਲ ਕੈਸ਼ ਨੇ। ਨੈਕਸਟ ਇਜ਼ ਦੀ ਕਿ ਕਿਹੜੇ ਰਿਸਕ ਅਵੇਲੇਬਲ, ਮਤਲਬ ਕਿ ਰਿਸਕ ਪ੍ਰੈਜ਼ੈਂਟ ਹੁੰਦੇ ਆ ਇਹਦੇ ਵਿੱਚ ਤੁਹਾਡੇ ਔਨਲਾਈਨ ਟ੍ਰਾਂਜੈਕਸ਼ਨ ਦੇ ਵਿੱਚ, ਕਿਉਂਕਿ ਹਰ ਇੱਕ ਚੀਜ਼ ਦੇ ਡਰੋਬੈਕਸ ਹੁੰਦੇ ਆ ਦੇਖੋ। ਅਤੇ ਜਦੋਂ ਹੁਣ ਆਪਾਂ ਔਨਲਾਈਨ ਟ੍ਰਾਂਜੈਕਸ਼ਨ ਕਰ ਰਹੇ ਹਾਂ ਅਤੇ ਬੈਨੀਫਿਟਸ ਵੀ ਨੇ ਅਤੇ ਡਿਸਐਡਵਾਂਟੇਜਸ ਵੀ ਨੇ। ਹੁਣ ਰਿਸਕ ਕਿਹੜੇ ਹੁੰਦੇ ਆ, ਟ੍ਰਾਂਜੈਕਸ਼ਨ ਰਿਸਕ ਮੀਨਸ ਆਰਡਰ ਪਲੇਸ ਕਰਦੇ ਵੇਲੇ ਬਾਇਰ ਤੋਂ ਕੋਈ ਐਰਰ ਹੋ ਸਕਦਾ ਆ, ਜਾਂ ਫਿਰ ਆਰਡਰ ਰਿਸੀਵ ਕਰਦੇ ਵੇਲੇ ਸੈਲਰ ਤੋਂ ਕੋਈ ਐਰਰ ਹੋ ਸਕਦਾ। ਸੋ ਦੈਟ ਇਜ਼ ਦਾ ਟ੍ਰਾਂਜੈਕਸ਼ਨ ਰਿਸਕ। ਮੇ ਬੀ ਉਹ ਆਰਡਰ ਲੈਂਦੇ ਵੇਲੇ ਜਾਂ ਫਿਰ ਦਿੰਦੇ ਵੇਲੇ ਜਾਂ ਫਿਰ ਕੋਈ ਪੇਮੈਂਟ ਕਰਦੇ ਵੇਲੇ ਜਾਂ ਡਿਲੀਵਰੀ ਕਰਦੇ ਵੇਲੇ ਕੋਈ ਨਾ ਕੋਈ ਕਿਸੇ ਤਰ੍ਹਾਂ ਦਾ ਜਦੋਂ ਕੋਈ ਮਿਸਟੇਕ ਹੋ ਜਾਏ, ਦੈਟ ਇਜ਼ ਦੀ ਟ੍ਰਾਂਜੈਕਸ਼ਨ ਰਿਸਕ। ਨੈਕਸਟ ਇਜ਼ ਦੀ ਡਾਟਾ ਸਟੋਰੇਜ ਐਂਡ ਟਰਾਂਸਮਿਸ਼ਨ ਰਿਸਕ। ਹੁਣ ਡਾਟਾ ਸਟੋਰ ਕਿੱਥੇ ਕਰਦੇ ਹੋ, ਆਪਣੇ ਕੰਪਿਊਟਰ 'ਤੇ ਜਾਂ ਕਿਸੇ ਫਾਈਲ 'ਚ, ਫੋਲਡਰ 'ਚ। ਸੋ ਉਹ ਜਿਹੜਾ ਆ ਕਰਪਟ ਹੋ ਸਕਦਾ ਡਾਟਾ, ਕਿੱਦਾਂ, ਵਾਇਰਸ ਦੇ ਥਰੂ। ਹੁਣ ਵਾਇਰਸ ਤੁਹਾਨੂੰ ਸਾਰਿਆਂ ਨੂੰ ਪਤਾ ਕੀ ਹੁੰਦਾ, ਜਿੱਦਾਂ ਆਪਣੇ ਮੋਬਾਈਲ ਦੇ ਵਿੱਚ ਵਾਇਰਸ ਆ ਜਾਂਦਾ, ਡਾਟਾ ਸਾਰਾ ਕਰਪਟ ਹੋ ਸਕਦਾ, ਖਰਾਬ ਹੋ ਸਕਦਾ, ਡੈਮੇਜ ਹੋ ਸਕਦਾ ਆ। ਔਰ ਦੂਜਾ ਤਰੀਕਾ ਆ ਕਿ ਹੈਕਿੰਗ ਕਰਨਾ। ਹੁਣ ਅਗਰ ਤੁਹਾਡਾ ਕੋਈ ਅਕਾਊਂਟ, ਤੁਹਾਡੀ ਕੋਈ ID ਕੋਈ ਹੈਕ ਕਰ ਲੈਂਦਾ, ਦੈਨ ਤੁਹਾਡਾ ਸਾਰਾ ਡਾਟਾ ਕੀ ਹੋ ਜਾਂਦਾ ਹੈ, ਚੋਰੀ ਹੋ ਜਾਂਦਾ। ਸੋ ਦੈਟ ਇਜ਼ ਦਾ ਹੈਕਿੰਗ। ਸੋ ਇਸ ਤਰੀਕੇ ਦੇ ਕੁਛ ਨਾ ਕੁਛ ਰਿਸਕ ਜਿਹੜੇ ਆ ਇਹ ਬਿਜ਼ਨਸ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਆ। ਹੁਣ ਵਾਇਰਸ ਦਾ ਕੀ ਹੈ, ਫੁੱਲ ਫਾਰਮ ਵਾਈਟਲ ਇਨਫੋਰਮੇਸ਼ਨ ਰਿਸੋਰਸ ਅੰਡਰ ਸੀਜ। ਵਾਇਰਸ ਕੀ ਕਰਦਾ ਆ, ਕੰਪਿਊਟਰ ਸਿਸਟਮ ਨੂੰ ਅਟੈਕ ਕਰਦਾ ਆ, ਐਂਡ ਦੈਨ ਉਹਦੇ ਵਿੱਚ ਜਿਹੜਾ ਵੀ ਡਾਟਾ ਆ ਉਹਨੂੰ ਕਰਪਟ ਕਰ ਦਿੰਦਾ ਹੈ, ਡੈਮੇਜ ਕਰ ਦਿੰਦਾ, ਡਿਸਟਰੋਏ ਕਰ ਦਿੰਦਾ ਆ। ਐਂਡ ਉਸ ਚੀਜ਼ ਤੋਂ ਬਚਣ ਲਈ ਤੁਸੀਂ ਕੀ ਕਰਦੇ ਹੋ, ਐਂਟੀ ਵਾਇਰਸ ਇੰਸਟਾਲ ਕਰਦੇ ਹੋ, ਤਾਂ ਕਿ ਤੁਹਾਡਾ ਜਿਹੜਾ ਵੀ ਸਿਸਟਮ 'ਤੇ ਡਾਟਾ ਆ ਉਹ ਕਰਪਟ ਨਾ ਹੋਏ, ਡੈਮੇਜ ਨਾ ਹੋਏ। ਨੈਕਸਟ ਇਜ਼ ਦੀ ਹੈਕਿੰਗ। ਇਟ ਰੈਫਰਸ ਟੂ ਦੀ ਅਨਆਥੋਰਾਈਜ਼ ਐਕਸੈਸ ਇਨਟੂ ਦੀ ਵੈਬਸਾਈਟ। ਜਦੋਂ ਕੋਈ ਵੀ ਪਰਸਨ ਅਨਆਥੋਰਾਈਜ਼ ਪਰਸਨ ਆ ਤੁਹਾਡੀ ਵੈਬਸਾਈਟ ਦੇ ਵਿੱਚ ਐਂਟਰ ਕਰਦਾ ਆ, ਦੈਟ ਇਜ਼ ਦੀ ਹੈਕਿੰਗ। ਸੋ ਉਹ ਤੁਹਾਡੇ ਡਾਟਾ ਨੂੰ ਸਟੋਰ ਕਰ ਸਕਦਾ ਆ, ਜਿਹੜਾ ਕਿ ਤੁਹਾਡੇ ਬਿਜ਼ਨਸ ਲਈ ਕਾਫੀ ਨੁਕਸਾਨਦਾਇਕ ਹੋ ਸਕਦਾ ਆ। ਸੋ
ਨੈਕਸਟ ਇਸ ਚੀਜ਼ ਤੋਂ ਬਚਣ ਲਈ, ਆਪਣੇ ਹੈਕਿੰਗ ਤੋਂ ਬਚਣ ਲਈ ਇੱਕ ਸਾਡੇ ਕੋਲ ਸੋਲਿਊਸ਼ਨ ਆ, ਦੈਟ ਇਜ਼ ਦਾ ਕ੍ਰਿਪਟੋਗ੍ਰਾਫੀ, ਜਿਹਨੂੰ ਆਪਾਂ ਐਨਕ੍ਰਿਪਸ਼ਨ ਵੀ ਬੋਲਦੇ ਹਾਂ। ਨਾਓ ਵਟ ਇਜ਼ ਦੀ ਐਨਕ੍ਰਿਪਸ਼ਨ? ਇਹਨੂੰ ਆਪਾਂ ਐਨਕ੍ਰਿਪਸ਼ਨ ਵੀ ਬੋਲਦੇ ਹਾਂ, ਦੈਟ ਇਜ਼ ENCRYPTION। ਇਨਕ੍ਰਿਪਸ਼ਨ ਦਾ ਮਤਲਬ ਹੁੰਦਾ ਆ ਆਪਣੇ ਡਾਟਾ ਨੂੰ ਕੋਡ ਵਰਡ ਵਿੱਚ ਕਰ ਦੇਣਾ, ਠੀਕ ਹੈ ਨਾ, ਮੀਨਸ ਕੋਡਿੰਗ ਕਰਨਾ, ਤਾਂ ਕਿ ਕਿਸੇ ਨੂੰ ਤੁਹਾਡਾ ਮੈਸੇਜ ਕੋਈ ਸਮਝ ਨਾ ਆਏ। ਹੁਣ ਦੇਖੋ ਤੁਸੀਂ ਐਗਜ਼ਾਮਪਲ ਦੇਖ ਸਕਦੇ ਹੋ, ਜਿੱਦਾਂ ਕਿ ਪਲੇਨ ਟੈਕਸਟ ਹੈ ਆਰ ਯੂ ਰੈਡੀ, ਬਟ ਆਰ ਯੂ ਰੈਡੀ ਲਿਖਣ ਦੀ ਬਜਾਏ ਕੀ ਲਿਖਿਆ ਆ, ਜਿਹੜਾ ਕਿ ਮੀਨਿੰਗਲੈਸ ਸੈਂਟੈਂਸ ਬਣਦਾ ਆ। ਐਂਡ ਸਿਰਫ ਇਹ ਉਹਨੂੰ ਹੀ ਸਮਝ ਆਏਗਾ ਜਿਹਨੂੰ ਮੈਸੇਜ ਸੈਂਡ ਕੀਤਾ ਗਿਆ ਆ, ਕਿਉਂਕਿ ਉਹ ਉਸ ਮੈਸੇਜ ਨੂੰ ਕੀ ਕਰਦਾ, ਡਿਕੋਡ ਕਰ ਸਕਦਾ ਆ। ਸੋ ਇੱਕ ਤਰ੍ਹਾਂ ਦੀ ਇਹ ਕਿਸੇ ਥਰਡ ਪਰਸਨ ਲਈ ਇਨਫੋਰਮੇਸ਼ਨ ਕੀ ਹੋਏਗੀ, ਯੂਜ਼ਲੈਸ ਹੋਏਗੀ। Next is the risk of threat to the intellectual property and privacy. Once the information is published over the internet, ਇੱਕ ਵਾਰ ਤੁਸੀਂ ਆਪਣੀ ਇਨਫੋਰਮੇਸ਼ਨ ਇੰਟਰਨੈਟ ਦੇ ਓਵਰ ਪਬਲਿਸ਼ ਕਰ ਦਿੱਤੀ, ਉਸ ਤੋਂ ਬਾਅਦ ਕੀ ਆ, ਉਹਨੂੰ ਪ੍ਰੋਟੈਕਟ ਕਰਨਾ ਬਹੁਤ ਹੀ ਟਫ ਆ। ਦੈਨ ਤੁਸੀਂ ਉਹਨੂੰ ਪ੍ਰੋਟੈਕਟ ਨਹੀਂ ਕਰ ਪਾਓਗੇ, ਕਿਉਂਕਿ ਕੋਈ ਵੀ ਉਹਨੂੰ ਜਿਹੜਾ ਆ ਕਾਪੀ ਕਰ ਸਕਦਾ ਆ। ਨਾਓ ਰਿਸੋਰਸਿਸ ਕਿਹੜੇ ਰਿਕੁਆਇਰਡ ਹੁੰਦੇ ਆ ਈ ਬਿਜ਼ਨਸ ਦੇ ਵਿੱਚ? What are the resources required for the e-business? The first is the adequate computer with the telecom network. ਤੁਹਾਡੇ ਕੋਲ ਇੱਕ ਕੰਪਿਊਟਰ ਹੋਣਾ ਚਾਹੀਦਾ ਜਿਹਦੇ ਵਿੱਚ ਕੀ ਨੈਟਵਰਕ ਕਨੈਕਸ਼ਨ ਹੋਵੇ, ਇੰਟਰਨੈਟ ਕਨੈਕਸ਼ਨ ਹੋਏਗਾ ਤਾਂ ਹੀ ਉਹ ਕੰਪਿਊਟਰ ਦਾ ਕੋਈ ਫਾਇਦਾ ਆ। ਸੈਕਿੰਡ ਇਜ਼ ਦੀ ਟੈਕਨੀਕਲ ਕੁਆਲੀਫਾਈਡ ਐਂਡ ਟ੍ਰੇਨਡ ਵਰਕਫੋਰਸ, ਮੀਨਸ ਉਸ ਕੰਪਿਊਟਰ ਨੂੰ ਚਲਾਉਣ ਲਈ ਤੁਹਾਡੇ ਕੋਲ ਕੁਆਲੀਫਾਈਡ ਇੰਪਲੋਇਜ਼, ਕੁਆਲੀਫਾਈਡ ਪਰਸਨ ਹੋਣੇ ਚਾਹੀਦੇ ਆ, ਜਿਹੜਾ ਕਿ ਔਨਲਾਈਨ ਟ੍ਰਾਂਜੈਕਸ਼ਨਸ ਨੂੰ ਰਿਸੀਵ ਕਿੱਦਾਂ ਕਰੀਦਾ ਆ, ਆਰਡਰ ਪਲੇਸ ਕਿੱਦਾਂ ਮਤਲਬ ਜਿਹੜੇ ਆਰਡਰ ਪਲੇਸ ਹੋਏ ਆ ਉਹਨਾਂ ਨੂੰ ਆਪਾਂ ਡਿਲੀਵਰ ਕਿੱਦਾਂ ਕਰਨਾ ਹੈ, ਇਹਦੇ ਬਾਰੇ ਨੌਲੇਜ ਹੋਣੀ ਚਾਹੀਦੀ ਹੈ। ਥਰਡ ਇਜ਼ ਦੀ ਵੈਲ ਡਿਵੈਲਪਡ ਵੈਬਸਾਈਟਸ, ਤੁਹਾਡੀਆਂ ਵੈਬਸਾਈਟ ਜਿਹੜੀਆਂ ਵੈਲ ਡਿਵੈਲਪਡ ਅਤੇ ਅਟਰੈਕਟਿਵ ਹੋਣੀ ਚਾਹੀਦੀਆਂ ਆ। ਕੁਛ ਐਗਜ਼ਾਮਪਲਸ ਦਿੱਤੇ ਹੋਏ ਜਿੱਦਾਂ Myntra.com, Snapdeal.com, Jabong, Amazon, Flipkart ਆ, ਇਹ ਵੀ ਕੋਈ ਫੇਮਸ ਵੈਬਸਾਈਟਸ ਨੇ। ਇਹਨਾਂ ਤੋਂ ਇਲਾਵਾ ਵੀ ਕਾਫੀਆਂ ਸਾਈਟਸ ਨੇ ਜਿਨ੍ਹਾਂ ਤੋਂ ਤੁਸੀਂ ਔਨਲਾਈਨ ਸ਼ਾਪਿੰਗ ਕਰ ਸਕਦੇ ਹੋ। ਵੈਲ ਡਿਵੈਲਪ ਟੈਲੀਕਮਿਊਨੀਕੇਸ਼ਨ ਫੈਸਿਲਿਟੀਜ਼, ਟੈਲੀਕਮਿਊਨੀਕੇਸ਼ਨ ਫੈਸਿਲਿਟੀ ਦਾ ਮਤਲਬ ਕੀ ਹੈ, ਇੰਟਰਨੈਟ ਦਾ ਕਨੈਕਸ਼ਨ, ਜਿਹਦੇ ਵਿੱਚ ਕੀ ਆ, ਅਗਰ ਮੰਨ ਲਓ ਤੁਸੀਂ ਕੋਈ ਆਰਡਰ ਪਲੇਸ ਕਰ ਰਹੇ ਹੋ, ਜੇ ਇੰਟਰਨੈਟ ਦਾ ਕਨੈਕਸ਼ਨ ਜ਼ਿਆਦਾ ਵਧੀਆ ਨਹੀਂ ਚੱਲ ਰਿਹਾ, ਦੈਨ ਤੁਹਾਡਾ ਆਰਡਰ ਪਲੇਸ ਕਰਨ ਦੇ ਵਿੱਚ ਵੀ ਪ੍ਰੋਬਲਮ ਆਏਗੀ, ਜਾਂ ਫਿਰ ਐਰਰ ਸ਼ੋ ਹੁੰਦਾ ਰਹੇਗਾ, ਸਪੀਡ ਨਹੀਂ ਹੋਏਗੀ। ਸੋ ਇਹ ਫੈਸਿਲਿਟੀਜ਼ ਜਿਹੜੀਆਂ ਆ ਵੈਲ ਡਿਵੈਲਪਡ ਹੋਣੀ ਚਾਹੀਦੀਆਂ ਆ। ਨੈਕਸਟ ਇਜ਼ ਦੀ ਅ ਗੁੱਡ ਸਿਸਟਮ ਆਫ ਮੇਕਿੰਗ ਪੇਮੈਂਟ ਯੂਜ਼ਿੰਗ ਦਾ ਕ੍ਰੈਡਿਟ ਇੰਸਟਰੂਮੈਂਟ, ਮਤਲਬ ਕਿ ਪੇਮੈਂਟ ਕਰਨ ਦੇ ਕਈ ਸਾਰੇ ਫੈਸਿਲਿਟੀਜ਼ ਇੰਸਟਰੂਮੈਂਟਸ ਹੋਣੇ ਚਾਹੀਦੇ ਆ। ਜ਼ਰੂਰੀ ਨਹੀਂ ਕਿ ਤੁਸੀਂ ਸਿਰਫ ਕੈਸ਼ ਔਨ ਡਿਲੀਵਰੀ ਹੀ ਰੱਖੋ, ਕਿਉਂਕਿ ਕਈ ਕਸਟਮਰਸ ਹੁੰਦੇ ਆ ਜਿਹੜੇ ਕਿ ਕੈਸ਼ ਔਨ ਡਿਲੀਵਰੀ ਨੂੰ ਪ੍ਰੈਫਰ ਨਾ ਕਰਕੇ ਔਨਲਾਈਨ ਪੇਮੈਂਟ ਵਿੱਚ ਜ਼ਿਆਦਾ ਬਿਲੀਵ ਕਰਦੇ ਆ, ਚਾਹੇ ਉਹ ਨੈਟ ਬੈਂਕਿੰਗ ਹੋਏ, ਕ੍ਰੈਡਿਟ ਕਾਰਡ, ਡੈਬਿਟ ਕਾਰਡ ਦੇ ਥਰੂ ਹੋਏ। ਸੋ ਅ ਗੁੱਡ ਸਿਸਟਮ ਸ਼ੁੱਡ ਬੀ ਦੇਅਰ। ਦਿਸ ਇਜ਼ the whole about online transactions, and here your chapters end, ਕਿਉਂਕਿ ਨੈਕਸਟ ਟੋਪਿਕ ਜਿਹੜਾ ਆਊਟਸੋਰਸਿੰਗ ਆ ਦੈਟ ਇਜ਼ ਡਿਲੀਟਡ ਫਰੋਮ ਯਰ ਸਿਲੇਬਸ। ਸੋ ਤੁਹਾਡਾ ਚੈਪਟਰ 4 ਜਿਹੜਾ ਆ ਚੈਪਟਰ 5 ਜਿਹੜਾ ਆ ਇੱਥੇ ਕੰਪਲੀਟ ਹੁੰਦਾ ਆ। ਐਂਡ ਫਰਦਰ ਤੁਹਾਨੂੰ ਨੈਕਸਟ ਲੈਕਚਰ ਦੇ ਵਿੱਚ ਇਸ ਚੈਪਟਰ ਦੇ ਰਿਲੇਟਿਡ ਆਬਜੈਕਟਿਵ ਐਂਡ ਸਬਜੈਕਟਿਵ ਕੁਐਸਚਨ ਜਿਹੜੇ ਸੈਂਡ ਕੀਤੇ ਜਾਣਗੇ। ਐਂਡ ਜਿੰਨੇ ਵੀ ਤੁਹਾਨੂੰ ਵੀਡੀਓ ਵਿੱਚ ਮਤਲਬ ਜਿੰਨੇ ਵੀ ਨੋਟਸ ਪੁਆਇੰਟਸ ਨਜ਼ਰ ਆ ਰਹੇ ਆ, ਇਹ ਸਾਰੇ ਹੀ ਤੁਸੀਂ ਆਪਣੀ ਫੇਅਰ ਨੋਟਬੁੱਕ ਦੇ ਵਿੱਚ ਨੋਟ ਕਰਨੇ ਆ। So that's all for today. Thanks and have a nice day.